ਅੱਜ ਅਸੀਂ ਇੱਕ ਅਹਿਮ ਮੁੱਦਾ ਲੈ ਕੇ ਤੁਹਾਡੇ रूबरू ਹੋਏ ਹਾਂ। ਅਸੀਂ ਪਹੁੰਚੇ ਹਾਂ ਬਨੂੜ ਦੇ ਵਿੱਚ। ਤੇ ਮਾਮਲਾ ਸੀਗਾ ਪਿੰਡ ਸ਼ਾਮਦੂ ਕੈਂਪ ਦਾ, ਜਿੱਥੇ ਕਿ ਬੀਤੇ ਦਿਨਾਂ ਦੇ ਵਿੱਚ ਗੰਦਾ ਪਾਣੀ ਆਉਣ ਕਰਕੇ, ਗੰਦੇ ਪਾਣੀ ਕਰਕੇ ਕਈ ਲੋਕਾਂ ਦੀ ਮੌਤ ਹੋਈ। ਪਿੱਛੇ ਜੇ ਆਪਾਂ ਕੁਝ ਸਾਲ ਪਿੱਛੇ ਚਲੇ ਜਾਈਏ, ਜਦ ਕਾਂਗਰਸ ਪਾਰਟੀ ਦੀ ਸਰਕਾਰ ਸੀ, ਤਾਂ ਇਹੋ ਜਿਹਾ ਇੱਕ ਮਾਮਲਾ ਰਾਜਪੁਰਾ ਦੀ ਮਿਰਚ ਮੰਡੀ ਦੇ ਵਿੱਚ ਦੇਖਣ ਨੂੰ ਮਿਲਿਆ ਸੀ, ਜਿੱਥੇ ਕਈ ਬੱਚਿਆਂ ਦੀ ਜਿਹੜੀ ਹੈ ਮੌਤ ਗੰਦਾ ਪਾਣੀ ਪੀਣ ਕਰਕੇ ਹੋਈ ਸੀ। ਤੇ ਅਸੀਂ ਬਨੂੜ ਆਏ ਹਾਂ ਤੇ ਮੈਡਮ ਐਡਵੋਕੇਟ ਮੈਡਮ ਸੁਨੈਨਾ ਥੰਮਨ ਜੀ ਸਾਡੇ ਨਾਲ ਮੌਜੂਦ ਹੈ, ਜਿਨ੍ਹਾਂ ਵੱਲੋਂ ਗਰੀਬਾਂ ਦਾ ਸੰਗਿਆਨ ਲੈਂਦੇ ਹੋਏ, ਗਰੀਬਾਂ ਬਾਰੇ ਸੋਚਦੇ ਹੋਏ NGT ਜਿਹੜੀ ਸੰਸਥਾ ਹੈਗੀ ਉੱਥੇ ਜਿਹੜਾ ਹੈ ਇੱਕ ਕੇਸ ਫਾਈਲ ਕੀਤਾ ਸੀ ਤੇ ਉਹਨਾਂ ਵੱਲੋਂ ਜਿਹੜੀ ਹੈ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਇਹ ਕਮੇਟੀ ਇਨ ਗਰੀਬਾਂ ਨੂੰ, ਜਿਨ੍ਹਾਂ ਦੀ ਜਿੱਥੇ ਸਾਫ਼ ਪਾਣੀ ਮੁਹੱਈਆ ਨਹੀਂ ਹੋ ਪਾ ਰਿਹਾ, ਉੱਥੇ ਕਿੰਨੀ ਜਲਦੀ ਜਿਹੜਾ ਹੈ ਸਾਫ਼ ਪਾਣੀ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਾਇਆ ਜਾਏਗਾ। ਸਾਡੇ ਨਾਲ ਮੌਜੂਦ ਹੈ ਮੈਡਮ ਸੁਨੈਨਾ ਥੰਮਨ ਜੀ, ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕਰਦੇ ਹਾਂ। ਮੈਡਮ, ਕਾਫੀ ਟਾਈਮ ਤੋਂ ਤੁਸੀਂ ਇਹੋ ਜਿਹੇ ਮੁੱਦੇ ਹਮੇਸ਼ਾ ਚੱਕਦੇ ਆਏ ਹੋ, ਚਾਹੇ ਉਹ ਲੋਕਾਂ ਦੀ ਜਾਨ ਜਿੱਥੇ ਜਾਂਦੀ ਸੀਗੀ ਰਾਜਪੁਰੇ ਦੇ ਵਿੱਚ, ਮੈਂ ਦੇਖਿਆ ਕੱਟ ਬੰਦ ਕਰਵਾਏ ਆ ਤੁਸੀਂ, ਤੇ ਕਈ ਮੁੱਦੇ ਵੀ ਤੁਹਾਡੇ ਵੱਲੋਂ ਲਗਾਤਾਰ ਜਿਹੜਾ ਹੈ ਚੱਕੇ ਜਾਂਦੇ ਆ। ਤੇ ਹੁਣ ਜਿਹੜਾ ਇਹ ਮੁੱਦਾ ਜਿਹੜਾ NGT 'ਚ ਤੁਸੀਂ ਚੱਕਿਆ ਹੈ ਤੇ ਉਹਨਾਂ ਵੱਲੋਂ ਜਿਹੜਾ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ, ਆਦੇਸ਼ ਹੀ ਕਹਾਂਗਾ ਮੈਂ ਤਾਂ ਪੰਜਾਬ ਸਰਕਾਰ ਨੂੰ, ਤੇ ਕੋਈ ਕਮੇਟੀ ਬਣਾਈ ਗਈ ਹੈ। ਮੈਡਮ, ਕੀ ਸਾਰੀ ਗੱਲ ਹੈ? ਕਿਉਂਕਿ ਵਕੀਲ ਬਹੁਤ ਹੈ, ਐਡਵੋਕੇਟਸ ਬਹੁਤ ਹੈ, ਤੇ ਅੱਜ ਤੱਕ ਕਿਸੇ ਵੱਲੋਂ ਇਹੋ ਜਿਹੇ ਮੁੱਦੇ ਮੈਂ ਦੇਖਿਆ ਨਹੀਂ ਵੀ ਚੱਕਦੇ ਹੋਏ ਵੀ ਕਿਸੇ ਨੇ ਪਬਲਿਕ ਦੇ ਹਿੱਤ ਦੇ ਵਿੱਚ ਇਹੋ ਜਿਹੇ ਮੁੱਦੇ ਚੱਕੇ ਹੋਣ। ਤੇ ਮੈਡਮ, ਤੁਸੀਂ ਇਹ ਮੁੱਦਾ ਚੱਕਿਆ ਤੇ ਪਬਲਿਕ ਵੀ ਖੁਸ਼ ਹੈ ਵੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਏਗਾ ਪੰਜਾਬ ਸਰਕਾਰ ਵੱਲੋਂ। ਮੈਡਮ, ਕਿਉਂ ਜਾਣਾ ਪੈ ਰਿਹਾ ਇਹੋ ਜਿਹੀ ਸੰਸਥਾਵਾਂ ਵੱਲ, NGT ਵੱਲ, ਆਪਾਂ ਲੋਕਾਂ ਨੂੰ, ਲੋਕਾਂ ਵਾਸਤੇ, ਜਦ ਕਿ ਸਰਕਾਰ ਦਾ ਪਹਿਲਾ ਫਰਜ਼ ਬਣਦਾ ਹੈ? ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਇਹ ਮੁੱਦਾ ਸਮਝੀਏ ਕੀ ਹੈ। ਆਪਣਾ ਇਹ ਬੈਲਟ ਹੈ ਜ਼ੀਰਕਪੁਰ ਬਨੂੜ ਰਾਜਪੁਰਾ ਬੈਲਟ, ਜੋ ਕਿ ਇਹ ਲੱਖਾਂ ਲੋਕ ਇਹਦੇ ਵਿੱਚ ਇਨਵੋਲਵ ਰਹਿੰਦੇ ਹੈ। ਲੱਖਾਂ ਲੋਕਾਂ ਦੀ ਜਾਨ ਇਹਦੇ 'ਤੇ ਜਾਨ ਦਾ ਮੁੱਦਾ ਹੈ, ਇਹ ਉਹਨਾਂ ਦੀ ਹੈਲਥ ਦਾ ਮੁੱਦਾ ਹੈ। ਇਹ ਪਿਛਲੇ ਸਾਲ 1.5 ਸਾਲ ਤੋਂ ਸਾਡੇ ਨੌਲੇਜ ਵਿੱਚ ਆ ਰਿਹਾ ਸੀਗਾ ਕਿ ਜਿਹੜੀ ਨਗਰ ਕੌਂਸਲਾਂ ਅਤੇ ਪੰਚਾਇਤਾਂ ਉਹਨਾਂ ਵੱਲੋਂ ਦੂਸ਼ਿਤ ਪਾਣੀ ਇਸ ਬੈਲਟ ਦੇ ਇਸ ਏਰੀਆ ਦੇ ਵਿੱਚ ਘਰਾਂ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ ਹੈ। ਗੰਦਾ ਪੀਣ ਵਾਲਾ ਪਾਣੀ, ਇਹ ਏਰੀਆ ਦੇ ਲੋਕ ਗੰਦਾ ਪਾਣੀ ਪੀ ਰਹੇ ਹੈ ਤੇ ਉਹਨਾਂ ਦੀ ਜਾਨ ਜਾ ਰਹੀ ਹੈ ਤੇ ਬਹੁਤ ਹੀ ਡੇਂਜਰ ਆਪਣੀ ਹੈਲਥ ਨਾਲ ਸਥਿਤੀ ਵਿਗੜਦੀ ਜਾ ਰਹੀ ਹੈ ਦਿਨ ਪਰ ਦਿਨ। ਬਹੁਤ ਹੈਲਥ ਪ੍ਰੋਬਲਮਸ ਆ ਰਹੀਆਂ, ਜੌਂਡਿਸ ਹੋ ਗਿਆ, ਵੋਮਿਟਿੰਗਸ ਹੋ ਗਈਆਂ, ਡੀਹਾਈਡਰੇਸ਼ਨ, ਕੋਲਰਾ, ਡਾਇਰੀਆ, ਇਹ ਪ੍ਰੋਬਲਮਸ ਬਹੁਤ ਦੇਖਣ ਨੂੰ ਮਿਲ ਰਹੀਆਂ ਹੈਗੀਆਂ। ਮੈਂ ਖੁਦ ਇੱਥੇ ਦੀ ਵਾਸੀ ਹਾਂ, ਇਸ ਏਰੀਆ ਦੀ। ਅਸੀਂ ਵੀ ਇਹ ਪ੍ਰੋਬਲਮਸ ਬਹੁਤ ਫੇਸ ਕਰ ਰਹੇ ਹਾਂ ਸਿਰਫ ਇੱਕ ਗੰਦਾ ਪਾਣੀ ਪੀਣ ਕਰਕੇ, ਜੋ ਕਿ ਨਗਰ ਕੌਂਸਲਾਂ ਅਤੇ ਪੰਚਾਇਤਾਂ ਦੁਆਰਾ ਸਾਡੇ ਘਰਾਂ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ। ਇਹ ਮੁੱਦਾ ਜਦੋਂ ਲੋਕਾਂ ਦੀ ਮੌਤਾਂ ਹੋਣ ਲੱਗ ਗਈਆਂ, ਇਹ ਮੁੱਦਾ ਬਹੁਤ ਹੀ ਬੁਰਾ ਬਣ ਗਿਆ। ਇਸ ਮੁੱਦੇ 'ਤੇ ਅਸੀਂ ਕੰਮ ਕਰਨਾ ਸ਼ੁਰੂ ਕੀਤਾ, ਸਾਡੀ ਟੀਮ ਨੇ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਮੀਡੀਆ ਦੇ ਵਿੱਚ, ਜਦੋਂ ਨਿਊਜ਼ਪੇਪਰਸ ਦੇ ਵਿੱਚ ਡੇਲੀ ਇਹ ਮੁੱਦਾ ਆਉਣ ਲੱਗ ਗਿਆ ਕਿ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹੈਗੀਆਂ। ਚਾਹੇ ਆਪਾਂ ਸ਼ੁਰੂ ਕਰਦੇ ਹਾਂ, ਜੇ ਆਪਾਂ ਰਾਜਪੁਰੇ ਤੋਂ ਸ਼ੁਰੂ ਕਰੀਏ ਤਾਂ ਰਾਜਪੁਰੇ ਦੇ ਵਿੱਚ ਵੈਸੇ ਤਾਂ ਸਾਰਾ ਏਰੀਆ, ਪਰ ਜੇ ਆਪਾਂ ਪਾਰਟਿਕੂਲਰਲੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਨਿਊਜ਼ ਰਿਪੋਰਟ ਆਈ ਸੀਗੀ ਟੇਹਾ ਬਸਤੀ ਦੀ, ਜਿੱਥੇ ਸੀਵਰੇਜ ਦਾ ਪਾਣੀ ਜਿਹੜਾ ਸੀਗਾ ਉਹ ਘਰਾਂ 'ਚ ਸਪਲਾਈ ਕੀਤਾ ਜਾ ਰਿਹਾ ਸੀਗਾ। ਲੋਕ ਉਹਨੂੰ ਪੀ ਰਹੇ ਸੀਗੇ ਤੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਸੀਗੀਆਂ। ਸ਼ਾਮਦੂ ਪਿੰਡ ਹੋ ਗਿਆ, ਉੱਥੇ ਵੀ ਲੋਕਾਂ ਦੀਆਂ ਜਾਨਾਂ ਗਈਆਂ। ਡਾਲੀਮਾ ਵਿਹਾਰ ਦੇ ਜਿਹੜੀ ਉੱਥੇ ਕਲੋਨੀ ਹੈਗੀ, ਉੱਥੇ ਗੰਦਾ ਪਾਣੀ ਆ ਰਿਹਾ ਸੀਗਾ। ਲੋਕਾਂ ਨੇ ਕੰਪਲੇਂਟਸ ਕੀਤੀਆਂ, ਪਰ ਐਜ਼ ਸੱਚ ਉਹਦੇ 'ਤੇ ਕੋਈ ਐਕਸ਼ਨ ਨਹੀਂ ਲਿੱਤਾ ਗਿਆ।
ਜਦੋਂ ਆਪਾਂ ਰਾਜਪੁਰੇ ਤੋਂ ਅੱਗੇ ਵਧੀਏ ਇੱਧਰ ਜ਼ੀਰਕਪੁਰ ਵੱਲ ਆਈਏ ਤਾਂ ਬਨੂੜ ਦੇ ਏਰੀਆ ਦੇ ਵਿੱਚ ਗੰਦਾ ਸਮੈਲ, ਮੁਸ਼ਕ ਵਾਲਾ ਪਾਣੀ, ਜੀ ਉਸ ਪਾਣੀ ਨੂੰ ਲੋਕ ਪੀ ਰਹੇ ਹੈ। ਸਪੈਸ਼ਲੀ ਵਾਰਡ ਨੰਬਰ 8, 9, 10 ਦੇ ਵਿੱਚ ਇਹ ਗੰਦਾ ਪਾਣੀ ਆ ਰਿਹਾ ਹੈਗਾ। ਅੱਗੇ ਵਧਦੇ ਆ ਜ਼ੀਰਕਪੁਰ ਵੱਲ, ਜ਼ੀਰਕਪੁਰ ਦੀ ਕਈ ਕਲੋਨੀਆਂ ਦੇ ਵਿੱਚ ਪਿਛਲੇ ਕਿੰਨੇ ਹੀ ਟਾਈਮ ਤੋਂ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ। ਜਦੋਂ ਪ੍ਰਸ਼ਾਸਨ ਦਾ, ਅਥਾਰਟੀਜ਼ ਦਾ ਇਹਦੇ ਵੱਲ ਕੋਈ ਅਸੀਂ ਸਟ੍ਰਿਕਟ ਰੁਖ ਨਹੀਂ ਦੇਖਿਆ ਹੈਗਾ ਕਿ ਉਹ ਇਹਦੇ ਤੇ ਕੋਈ ਐਕਸ਼ਨ ਨਹੀਂ ਲੈ ਰਹੇ ਹੈਗੇ, ਤਾਂ ਅਸੀਂ ਪਹਿਲਾਂ ਤਾਂ ਲੀਗਲ ਨੋਟਿਸ ਸੈਂਡ ਕੀਤਾ, ਵੇਟ ਕੀਤੀ ਕਿ ਸ਼ਾਇਦ ਇਹ ਜਿਹੜਾ ਮੁੱਦਾ ਹੈਗਾ ਉਹ ਇਸ ਤੇ ਕੰਮ ਕਰਨ ਤੇ ਸਾਨੂੰ ਸਾਫ਼ ਪਾਣੀ ਸਪਲਾਈ ਕਰਨ ਘਰਾਂ ਦੇ ਵਿੱਚ, ਤਾਂ ਕਿ ਸਾਫ਼ ਪਾਣੀ ਅਸੀਂ ਪੀ ਸਕੀਏ। ਪਰ ਜਦੋਂ ਵੇਟ ਕਰਨ ਤੋਂ ਬਾਅਦ ਵੀ ਸਾਡੇ ਹੱਥ ਦੇ ਵਿੱਚ ਕੁਝ ਪੋਜ਼ਿਟਿਵ ਰਿਸਪੌਂਸ ਨਹੀਂ ਆਇਆ ਹੈਗਾ, ਉਹਨਾਂ ਨੇ ਸਾਨੂੰ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਭੇਜਿਆ। ਅਸੀਂ ਇਹ ਮੁੱਦਾ ਲੈ ਕੇ ਗਏ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ। ਮਾਨਯੋਗ ਟ੍ਰਾਈਬਿਊਨਲ ਨੇ ਇਸ ਮੁੱਦੇ ਦੇ ਉੱਤੇ ਬਹੁਤ ਹੀ ਆਪਣਾ ਸਖਤ ਵਿਊ ਰੱਖਿਆ। ਉਹ ਹੈਰਾਨ ਹੋਏ ਦੇਖ ਕੇ ਸਾਡੀ ਪਟੀਸ਼ਨ, ਸਾਡਾ ਕੇਸ, ਕਿ ਪਿਛਲੇ ਕਿੰਨੇ ਹੀ ਟਾਈਮ ਤੋਂ ਨਿਊਜ਼ ਰਿਪੋਰਟਸ ਆ ਰਹੀਆਂ ਹੈਗੀਆਂ ਪਰ ਕੋਈ ਐਕਸ਼ਨ ਨਹੀਂ ਲਿੱਤਾ ਜਾ ਰਿਹਾ। ਇੱਥੇ ਗੰਦਾ ਪਾਣੀ, ਦੂਸ਼ਿਤ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਇਹ 30-35 ਕਿਲੋਮੀਟਰ ਦੀ ਬੈਲਟ ਦੇ ਵਿੱਚ, ਜਿਹਦੇ ਨਾਲ ਲੱਖਾਂ ਲੋਕਾਂ ਦੀਆਂ ਜਾਨਾਂ ਔਨ ਸਟੇਕ ਲੱਗੀਆਂ ਹੋਈਆਂ ਹੈਗੀਆਂ। ਇਹਦੇ ਤੇ ਕਿੰਨੇ ਹੀ ਲੋਕ ਮਰ ਰਹੇ ਹੈ, ਬੱਚੇ ਮਰ ਗਏ, ਆਪਾਂ ਨਿਊਜ਼ ਰਿਪੋਰਟਸ ਡੇਲੀ ਪੜ੍ਹ ਰਹੇ ਹਾਂ। ਤੇ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਜਦੋਂ ਅਸੀਂ ਉੱਥੇ ਆਰਗੂਮੈਂਟਸ ਵੀ ਕੀਤੇ ਤਾਂ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਜਦੋਂ ਜਿਹੜੀਆਂ ਡਾਇਰੈਕਸ਼ਨਸ ਦਿੱਤੀਆਂ ਹੈਗੀਆਂ, ਉਹਨਾਂ ਨੇ ਇੱਕ ਜੁਆਇੰਟ ਕਮੇਟੀ ਬਣਾ ਦਿੱਤੀ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ, ਪ੍ਰਿੰਸੀਪਲ ਸੈਕਟਰੀ ਡਿਪਾਰਟਮੈਂਟ ਆਫ ਹੈਲਥ ਗਵਰਨਮੈਂਟ ਆਫ ਪੰਜਾਬ, ਡੀਸੀ ਮੋਹਾਲੀ, ਡੀਸੀ ਪਟਿਆਲਾ ਦੀ ਇੱਕ ਕਮੇਟੀ ਬਣਾ ਦਿੱਤੀ ਤੇ ਉਹਨਾਂ ਨੂੰ ਡਾਇਰੈਕਟ ਕੀਤਾ ਕਿ ਤੁਸੀਂ ਇਹ ਗੰਦੇ ਪਾਣੀ ਸਪਲਾਈ ਹੋਣ ਦਾ ਕਾਰਨ ਪਤਾ ਕਰੋ ਤੇ ਉਸ ਤੇ ਐਕਸ਼ਨ ਲਿੱਤੇ ਜਾਣ, ਉਹਨੂੰ ਸੁਧਾਰਿਆ ਜਾਵੇ ਤੇ ਸਾਡੇ ਤੱਕ ਸਾਫ਼ ਪਾਣੀ ਪਹੁੰਚਾਇਆ ਜਾਵੇ ਤੇ ਇਹਦੀ ਇੱਕ ਪ੍ਰੋਪਰ ਰਿਪੋਰਟ ਤਿਆਰ ਕੀਤੀ ਜਾਵੇ, ਜੋ ਕਿ ਇਹਨਾਂ ਨੇ ਇਹ ਜੁਆਇੰਟ ਕਮੇਟੀ ਨੇ ਇਹ ਰਿਪੋਰਟ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਨੂੰ 2 ਮਹੀਨਿਆਂ ਦੇ ਵਿੱਚ ਉੱਥੇ ਸਬਮਿਟ ਕਰਨੀ ਹੈਗੀ। ਸੈਕਿੰਡ ਡਾਇਰੈਕਸ਼ਨ ਸੀ ਉਹਨਾਂ ਦੀ ਕਿ ਇਸ ਜੁਆਇੰਟ ਕਮੇਟੀ ਨੇ ਮਹੀਨੇ ਦੇ ਵਿੱਚ ਇੱਕ ਤਾਂ ਜਿਹੜਾ ਏਰੀਆ ਹੈ ਉੱਥੇ ਵਿਜ਼ਿਟ ਕਰਨਾ, ਵਿਜ਼ਿਟ ਕਰਕੇ ਜਿਹੜੇ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਉਹਦੇ ਸੈਂਪਲਸ ਕਲੈਕਟ ਕਰਕੇ ਉਹਨੂੰ ਟੈਸਟ ਕਰਵਾ ਕੇ ਉਹਦੇ ਵਿੱਚ ਕਿੰਨਾ ਹੀ ਜ਼ਿਆਦਾ ਉਹ ਗੰਦਾ ਹੈ, ਕਿੰਨਾ ਹੀ ਦੂਸ਼ਿਤ ਹੈਗਾ ਤੇ ਕਿੰਨਾ ਹੀ ਸਾਡੇ ਲਈ ਜਾਨਲੇਵਾ ਹੈਗਾ ਉਹ ਪਾਣੀ, ਉਹ ਪ੍ਰੋਪਰ ਟੈਸਟ ਕਰਵਾਉਣ ਤੋਂ ਬਾਅਦ ਚੋਂ ਇਹਦੇ ਉੱਤੇ ਕੰਮ ਕੀਤਾ ਜਾਵੇ, ਐਕਸ਼ਨ ਲਿੱਤੇ ਜਾਣ ਤੇ ਇਹਦੇ ਤੇ ਕੋਈ ਰੈਮੇਡੀ ਲੱਭੀ ਜਾਵੇ ਤੇ ਸਾਡੇ ਤੱਕ ਸਾਫ਼ ਪਾਣੀ ਪਹੁੰਚਾਇਆ ਜਾਵੇ। ਤੇ ਇਹਦੀ ਸੁਪਰਵਿਜ਼ਨ ਇਹਨਾਂ ਨੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਹੱਥ ਵਿੱਚ ਥਮਾਤੀ ਹੈ ਤੇ ਕਹਤਾ ਇਹਨਾਂ ਦੀ ਕੋਆਰਡੀਨੇਸ਼ਨ ਤੇ ਕੰਪਲਾਈਂਸ ਉਹਨਾਂ ਦੇ ਹੱਥ ਵਿੱਚ ਹੈ, ਉਹ ਨੋਡਲ ਏਜੰਸੀ ਹੈ, ਉਹਨਾਂ ਨੇ ਹੀ ਇਸ ਚੀਜ਼ ਤੇ ਧਿਆਨ ਦੇਣਾ ਹੈ। ਮੈਡਮ, ਤੁਹਾਨੂੰ ਲੱਗਦਾ ਕਿ ਇਹ ਜੇ ਜਦ ਆਦੇਸ਼ ਜਾਰੀ ਹੁੰਦੇ ਆ ਪੰਜਾਬ ਸਰਕਾਰ ਨੂੰ, ਕਿਉਂਕਿ ਪੰਜਾਬ ਸਰਕਾਰ ਦੇ ਅਦਾਰੇ ਨੇ ਜਿਹੜਾ ਹੈ ਇਹਦੀ ਵੈਰੀਫਿਕੇਸ਼ਨ ਕਰਨੀ ਹੈ, ਸੈਂਪਲ ਭਰਨੇ ਹੈ, ਕਿ ਤੁਹਾਨੂੰ ਲੱਗਦਾ ਹੈ ਕਿ ਇਹਦੇ 'ਚ ਸਭ ਕੁਝ ਕਲੀਅਰ ਹੋਏਗਾ ਆਉਣ ਵਾਲੇ ਦਿਨਾਂ 'ਚ, ਇਹ ਸਹੀ ਰਿਪੋਰਟ ਜਿਹੜੀ ਹੈ ਮਾਨਯੋਗ ਐਨਜੀਟੀ ਨੂੰ ਦੇਣਗੇ? ਜੀ, ਜਦੋਂ ਇਹਨਾਂ ਨੇ ਇਹ ਜਿਹੜੀ ਆਰਡਰ ਦੀ ਆਪਾਂ ਕਹੋ ਵੈਲਿਡਿਟੀ ਜਾਂ ਫਿਰ ਉਹਦਾ ਕਿੰਨੀ ਇੰਪੋਰਟੈਂਸ ਹੈਗੀ ਹੈ, ਪਿਛਲੇ ਹੀ ਦਿਨਾਂ ਦੇ ਵਿੱਚ ਕੁਝ ਟਾਈਮ ਪਹਿਲਾਂ ਇੱਕ ਘੱਗਰ ਦਾ ਮੁੱਦਾ ਵੀ ਅਸੀਂ ਐਨਜੀਟੀ ਕੋਲ ਲੈ ਕੇ ਗਏ ਸੀ। ਘੱਗਰ ਨਦੀ ਦਾ ਜਿਹੜੇ ਇੱਥੇ ਚੋਂ ਹੈ ਉਹ ਲੰਘ ਰਹੇ ਆ, ਉਹ ਉੱਥੇ ਵੀ ਗੰਦਾ ਪਾਣੀ ਜਿਹੜਾ ਹੈਗਾ ਉਹ ਗੰਦੇ ਪਾਣੀ ਦਾ ਮੁੱਦਾ ਸੀਗਾ ਤੇ ਲੋਕ ਉਹਨੂੰ, ਜਿਹੜੇ ਉੱਥੇ ਦੇ ਕਿਸਾਨ ਸੀਗੇ ਆਸੇ ਪਾਸੇ ਦੇ ਪਿੰਡਾਂ ਦੇ, ਉਸ ਪਾਣੀ ਨੂੰ ਆਪਣੇ ਖੇਤਾਂ ਦੇ ਵਿੱਚ ਵਰਤ ਰਹੇ ਸੀਗੇ ਤਾਂ ਗੰਦੀਆਂ ਸਬਜ਼ੀਆਂ ਤੇ ਫਰੂਟ ਸਾਨੂੰ ਸਪਲਾਈ ਕੀਤਾ ਜਾਂਦਾ ਸੀਗਾ। ਉਹ ਮੁੱਦੇ ਤੇ ਵੀ ਜਦੋਂ ਐਨਜੀਟੀ ਨੇ ਡਾਇਰੈਕਸ਼ਨਸ ਦਿੱਤੀਆਂ ਉਸ ਕੇਸ ਦੇ ਵਿੱਚ ਵੀ, ਤਾਂ ਜਿਹੜੀ ਉਹਦੇ ਵਿੱਚ ਵੀ ਜੁਆਇੰਟ ਕਮੇਟੀ ਬਣਾਈ ਗਈ ਸੀਗੀ, ਉਹਨਾਂ ਨੇ ਵੀ ਰਿਪੋਰਟ ਫਾਈਲ ਕੀਤੀ ਸੀ। ਉਹਦੇ ਵਿੱਚ ਬਿਲਕੁਲ ਕਲੀਅਰ ਸੀ ਕਿ ਇਹ ਮੁੱਦਾ ਸੱਚੀ ਹੀ ਬਹੁਤ ਜ਼ਿਆਦਾ ਗੰਭੀਰ ਹੈ, ਸੱਚੀ ਬਹੁਤ ਗੰਦਾ ਪਾਣੀ ਜਿਹੜਾ ਹੈਗਾ ਉਹ ਵਗ ਰਿਹਾ ਹੈ, ਉਹ ਵਰਤਿਆ ਜਾ ਰਿਹਾ ਹੈਗਾ ਤੇ ਉਹ ਸਾਡੇ ਲਈ ਜਾਨਲੇਵਾ ਹੈ। ਇਸ ਦੇ ਵਿੱਚ ਵੀ ਜਦੋਂ ਇਹ ਆਰਡਰ ਆਇਆ ਤਾਂ ਸਾਨੂੰ ਇੱਕ ਅੰਦਰ ਆਸ ਜਾਗੀ ਕਿ ਹਾਂ
ਉਹਨਾਂ ਵੱਲੋਂ ਮਾਨਯੋਗ ਐਨਜੀਟੀ ਵੱਲੋਂ ਜਿਹੜਾ ਇਹ ਮੁੱਦਾ ਹੈਗਾ ਹੈ, ਇੰਨਾ ਕੁ ਗੰਭੀਰਤਾ ਨਾਲ ਲਿੱਤਾ ਉਹਨਾਂ ਨੇ, ਇੰਨਾ ਵਧੀਆ ਆਰਡਰ ਪਾਸ ਕੀਤਾ ਹੈ ਤੇ ਇਸ ਆਰਡਰ ਦੇ ਤੇ ਕੰਮ ਕੀਤਾ ਜਾਊਗਾ। ਇਹ ਜੁਆਇੰਟ ਕਮੇਟੀ ਜਿਹੜੀ ਹੈਗੀ ਹੈ ਪ੍ਰੋਪਰ ਰਿਪੋਰਟ ਉੱਤੇ ਫਾਈਲ ਕਰਨਗੇ ਤੇ ਉਹ ਰਿਪੋਰਟ ਹੀ ਦੱਸੂਗੀ ਕਿ ਸਾਡੇ ਤੱਕ ਕਿੰਨਾ ਗੰਦਾ ਪਾਣੀ ਪਹੁੰਚ ਰਿਹਾ। ਮੇਰਾ ਸਵਾਲ ਇਹ ਸੀਗਾ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਇਹ ਰਿਪੋਰਟ ਬਣਾਉਣੀ ਹੈ, ਇਹ ਰਿਪੋਰਟ ਜਿਹੜੀ ਹੈ ਉੱਪਰ ਜਾਣੀ ਹੈ। ਮੈਡਮ ਕਿਤੇ ਮੈਨੂੰ ਇਹ ਦੱਸੋ ਵੀ ਇਹਦੇ ਵਿੱਚ ਬਿਲਕੁਲ ਕਲੀਅਰ ਹੋਵੇ ਚੀਜ਼ ਕਿ ਜਦ ਇਹ ਰਿਪੋਰਟ ਬਣਨੀ ਹੈ, ਇਸ 'ਚ ਜਿਨ੍ਹਾਂ ਨੇ ਪਟੀਸ਼ਨ ਇਹ ਪਾਈ ਹੈ ਕੋਰਟ ਦੇ ਵਿੱਚ ਜਾਂ ਐਨਜੀਟੀ ਦੇ ਵਿੱਚ ਇਹ ਪਾਈ ਹੈ, ਕਿਆ ਉਹਨਾਂ ਨੂੰ ਵੀ ਵਿੱਚ ਲਿਆਂਦਾ ਜਾਏਗਾ? ਉਹਨਾਂ ਦੇ ਸਾਹਮਣੇ ਸਭ ਕੁਝ ਹੋਏਗਾ ਜਿਵੇਂ ਕਿ ਤੁਸੀਂ ਪਾਈ ਹੈ, ਕਿ ਤੁਹਾਡੇ ਧਿਆਨ ਵਿੱਚ ਲਿਆਇਆ ਜਾਏਗਾ ਕਿ ਅੱਜ ਸੈਂਪਲ ਭਰੇ ਜਾ ਰਹੇ ਹੈ ਕਿ ਅੱਜ ਕਿਉਂਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਸਰਕਾਰ ਤੋਂ ਕਿਤੇ ਨਾ ਕਿਤੇ ਉੱਡ ਚੁੱਕਿਆ ਹੈ। ਕਿਉਂਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਉਂਦੀ ਹੈ, ਲੇਕਿਨ ਲੋਕਾਂ ਨੂੰ ਸੁਵਿਧਾਵਾਂ ਹਜੇ ਵੀ ਜਿਹੜੀਆਂ ਹੈ ਬੁਨਿਆਦੀ ਨਹੀਂ ਮਿਲ ਪਾ ਰਹੀਆਂ। ਕਿਉਂਕਿ ਆ ਤੁਹਾਡੇ ਸਾਹਮਣੇ ਹੀ ਹੈ ਕਿ ਪਾਣੀ ਜਿਹੜਾ ਹੈ ਉਹ ਸਾਫ਼ ਨਹੀਂ ਮਿਲ ਰਿਹਾ ਲੋਕਾਂ ਨੂੰ ਪੀਣ ਨੂੰ, ਠੀਕ ਹੈ ਨਾ। ਬਿਜਲੀ ਦੀ ਸਮੱਸਿਆ ਤੇ ਸੜਕਾਂ ਦੀ ਸਮੱਸਿਆ, ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਲੋਕ ਜੂਝ ਰਹੇ ਹੁਣ ਤੱਕ। ਹਰ ਵਾਰੀ ਨਵੇਂ ਵਾਅਦੇ ਹੁੰਦੇ ਆ, ਨਵੀਆਂ ਸਰਕਾਰਾਂ ਆਉਂਦੀਆਂ, ਲੇਕਿਨ ਕੰਮ ਉੱਥੇ ਦਾ ਉੱਥੇ ਹੀ ਹੈ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜੇ ਲੋਕਾਂ ਨੂੰ ਇਨਸਾਫ ਦਿਵਾਉਣਾ, ਜਿਹੜੀ ਰਿਪੋਰਟ ਜਾਣੀ ਹੈ, ਕਿਆ ਉਹਦਾ ਤੁਸੀਂ ਕਿਸ ਤਰ੍ਹਾਂ ਧਿਆਨ ਰੱਖੋਗੇ ਕਿ ਰਿਪੋਰਟ ਇਹ ਸਹੀ ਜਾ ਰਹੀ ਹੈ ਕਿ ਗਲਤ ਜਾ ਰਹੀ ਹੈ? ਜੇ ਉਹਨਾਂ ਨੇ ਪਾਣੀ ਦੇ ਸੈਂਪਲ ਸਹੀ ਭੇਜਤੇ ਉੱਥੇ, ਤਾਂ ਉਹਨਾਂ ਵੱਲੋਂ ਕੀ ਅੱਗੇ ਐਕਸ਼ਨ ਕੀਤਾ ਜਾਏਗਾ? ਤੁਹਾਨੂੰ ਤਾਂ ਪਤਾ ਹੀ ਹੈ ਕਿ ਉਰੇ ਨਹੀਂ ਹੈ ਸਾਫ਼ ਪਾਣੀ ਬਿਲਕੁਲ ਵੀ, ਤੇ ਉਹ ਲੋਕਾਂ ਨੂੰ ਜਰਾ ਕਲੀਅਰ ਕਰੋ ਵੀ ਕਿਸ ਤਰ੍ਹਾਂ ਤੁਸੀਂ ਇਸ ਨੂੰ ਕਲੀਅਰ ਕਰਕੇ ਭੇਜੋਗੇ ਉੱਥੇ। ਜੀ ਬਿਲਕੁਲ। ਜੇ ਆਪਾਂ ਸਰਕਾਰ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਇਹਦੇ ਵਿੱਚ ਸਰਕਾਰ ਕਿਤੇ ਵੀ ਇਨਵੋਲਵ ਨਹੀਂ ਹੈਗੀ ਆਪਣੇ ਮੈਟਰ ਦੇ ਵਿੱਚ, ਆਪਣੇ ਕੇਸ ਦੇ ਵਿੱਚ ਤੇ ਆਪਣੇ ਆਰਡਰ ਦੇ ਵਿੱਚ। ਹਾਂਜੀ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ, ਠੀਕ ਹੈ, ਉਹਨਾਂ ਦੀ ਇੱਕ ਏਜੰਸੀ ਹੈਗੀ ਹੈ, ਡੀਸੀ ਵੀ ਪੰਜਾਬ ਸਰਕਾਰ ਦੇ ਬਿਲਕੁਲ ਐਗਜ਼ੈਕਟਲੀ। ਬਟ ਗੱਲ ਇੱਥੇ ਆਉਂਦੀ ਹੈਗੀ ਹੈ ਜਦੋਂ ਗੱਲ ਆ ਜਾਂਦੀ ਹੈ ਜੁਡੀਸ਼ਰੀ ਦੀ, ਜਦੋਂ ਗੱਲ ਆ ਜਾਂਦੀ ਹੈ ਕਾਨੂੰਨ ਦੀ, ਤਾਂ ਉਹ ਡਿਊਟੀ ਬਾਉਂਡ ਹੋ ਜਾਂਦੇ ਹੈਗੇ ਕਿ ਉਹ ਆਪਣਾ ਕੰਮ ਜਿਹੜਾ ਹੈਗਾ ਉਹ ਪ੍ਰੋਪਰ ਤਰੀਕੇ ਨਾਲ ਕਰਨ। ਜਿੱਥੇ ਗੱਲ ਸਰਕਾਰ ਦੀ ਆਂਦੀ ਹੈਗੀ ਹੈ ਉਹਨਾਂ ਦਾ ਆਪਣਾ ਅਲੱਗ ਮੈਟਰ ਹੈ, ਸਰਕਾਰ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਹੈਗੀ, ਉਸ ਤੇ ਆਪਾਂ ਕੋਈ ਨਾ ਗੱਲ ਕਰਕੇ ਆਪਾਂ ਇਸ ਤੇ ਗੱਲ ਕਰਦੇ ਹਾਂ ਕਿ ਜਿਹੜਾ ਆਰਡਰ ਹੈਗਾ, ਆਰਡਰ ਤਾਂ ਉਹਨਾਂ ਨੂੰ ਮੰਨਣਾ ਹੀ ਪਊਗਾ, ਪ੍ਰੋਪਰ ਰਿਪੋਰਟ ਤਿਆਰ ਕਰਨੀ ਪਊਗੀ। ਜੇ ਬਾਈ ਚਾਂਸ ਰਿਪੋਰਟ ਦੇ ਵਿੱਚ ਕੋਈ ਇਹ ਠੀਕ ਦਿਖਾ ਦਿੰਦੇ ਕਿ ਪਾਣੀ ਇੱਥੇ ਠੀਕ ਸਪਲਾਈ ਹੋ ਰਿਹਾ ਹੈਗਾ, ਤਾਂ ਜਿਹੜੇ ਸਾਡੇ ਜਿਹੜੇ ਲੋਕ ਮਰ ਗਏ ਹੈ, ਜਿਹੜੇ ਬੱਚੇ ਮਰ ਗਏ, ਉਹ ਤਾਂ ਝੂਠ ਨਹੀਂ, ਉਹ ਤਾਂ ਸੱਚਾਈ ਹੈ। ਉਸ ਸੱਚਾਈ ਦੇ ਉਹਨਾਂ ਦੀ ਜਾਨ ਕਰਕੇ ਉਸੇ ਆਧਾਰ ਤੇ ਤਾਂ ਅਸੀਂ ਐਨਜੀਟੀ ਕੋਲ ਗਏ ਆ ਤਾਂ ਕਿ ਮਾਨਯੋਗ ਐਨਜੀਟੀ ਇਸ ਤੇ ਕੁਝ ਫੈਸਲਾ ਕਰਨ ਤੇ ਸਾਡੇ ਹੱਕ ਦੇ ਵਿੱਚ ਕੁਝ ਦੇਣ। ਕਿਉਂਕਿ ਮੈਡਮ ਮੈਂ ਤੁਹਾਡੇ ਤੋਂ ਇਹ ਸਵਾਲ ਤਾਂ ਪੁੱਛ ਰਿਹਾ ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਲੋਕਾਂ ਦਾ ਵਿਸ਼ਵਾਸ ਉੱਡ ਚੁੱਕਿਆ। ਕਿਉਂਕਿ ਜਦ ਅਸੀਂ ਮੌਕੇ ਤੇ ਮੌਜੂਦ ਸੀ ਉੱਥੇ, ਜਦ ਪਾਣੀ ਦੇ ਸੈਂਪਲ ਭਰੇ ਜਾ ਰਹੇ ਸੀ, ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਆਈਆਂ ਸੀਗੀਆਂ ਉੱਥੇ, ਤੇ ਉੱਥੇ ਵੀ ਆਰੋਪ ਲਾਏ ਜਾ ਰਹੇ ਸੀ, ਉੱਥੇ ਵੀ ਡੀਸੀ ਮੈਡਮ ਆਏ ਸੀ, ਉੱਥੇ ਵੀ ਆਰੋਪ ਲਾਏ ਜਾ ਰਹੇ ਸੀ ਕਿ ਉਰੇ ਕੁਝ ਦਿਨ ਪਹਿਲਾਂ ਇੱਕ ਛਬੀਲ ਲੱਗੀ ਸੀ। ਕਿਉਂਕਿ ਇਹ ਮਾਮਲਾ ਕਾਫੀ ਗੰਭੀਰ ਹੋ ਚੁੱਕਿਆ ਸੀ, ਸ਼ਹਿਰ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਸੀ ਪਾਣੀ ਨੂੰ ਲੈ ਕੇ। ਸ਼ਾਇਦ ਜਿਹੜੇ ਏਰੀਆ ਦੇ ਵਿੱਚ ਸਾਫ਼ ਪਾਣੀ ਆ ਰਿਹਾ ਸੀ, ਉਹ ਵੀ ਲੋਕ ਜਿਹੜਾ ਹੈ ਇਹ ਵਾਲਾ ਪਾਣੀ ਨਹੀਂ ਪੀ ਰਹੇ ਸੀਗੇ, ਉਹ ਵੀ ਬਾਜ਼ਾਰੋਂ ਪਾਣੀ ਲੈ ਕੇ ਪੀਣਾ ਸ਼ੁਰੂ ਕਰਤਾ ਸੀ, ਕਿਉਂਕਿ ਦਹਿਸ਼ਤ ਫੈਲ ਚੁੱਕੀ ਸੀ, ਬੱਚਿਆਂ ਦੀ ਡੈਥ ਹੋ ਚੁੱਕੀ ਸੀ ਤੇ 2 ਵਾਰੀ ਚਾਂਸ ਹੋ ਚੁੱਕਿਆ ਸੀ। ਤੇ ਉੱਥੇ ਵੀ ਇਹ ਕਿਹਾ ਜਾ ਰਿਹਾ ਸੀ ਕਿ ਛਬੀਲ ਲੱਗੀ ਸੀ, ਇਹਨਾਂ ਨੇ ਛਬੀਲ ਦਾ ਪਾਣੀ ਸਟੋਰ ਕਰਕੇ ਰੱਖਿਆ ਸੀ ਤੇ ਇਸ ਕਰਕੇ ਉਹ ਪਾਣੀ ਇਹਨਾਂ ਨੂੰ ਰਿਐਕਸ਼ਨ ਕਰ ਗਿਆ, ਇਸ ਕਰਕੇ ਡੈਥ ਹੋ ਗਈ। ਜਦ ਕਿ ਕੁਝ ਲੋਕ ਕਹਿ ਰਹੇ ਸੀ ਕਿ ਇਹ ਪਹਿਲੇ ਤੋਂ ਚੱਲਦਾ ਰਿਹਾ, ਛਬੀਲ ਬਾਅਦ ਚ ਲੱਗੀ ਹੈ। ਮੈਡਮ ਕਿਤੇ ਨਾ ਕਿਤੇ ਇਹੋ ਜਿਹੀਆਂ ਚੀਜ਼ਾਂ ਨੂੰ ਸਰਕਾਰ ਛੁਪਾਉਣ ਦੀ ਕੋਸ਼ਿਸ਼ ਕਰਦੀ ਹੈ, ਕਿਉਂਕਿ ਇਹ ਉਂਗਲੀ ਜਿਹੜੀ ਹੈ ਸਰਕਾਰ ਦੇ ਉੱਤੇ ਉੱਠਦੀ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਲੋਕਾਂ ਨੂੰ ਇਨਸਾਫ ਮਿਲੇਗਾ, ਮਤਲਬ ਕਹਿਣ ਦਾ ਭਾਵ ਹੈ ਕਿ ਤੁਹਾਡੇ ਥਰੂ ਇਨਸਾਫ ਮਿਲੇਗਾ ਲੋਕਾਂ ਨੂੰ। ਤੁਸੀਂ ਇਸ ਗੱਲ ਦੀ ਤਾਂ ਚਿੰਤਾ ਨਾ ਕਰੋ ਕਿ ਸਰਕਾਰੀ, ਜਿਵੇਂ ਕਿ ਤੁਸੀਂ ਕਿਹਾ ਕਿ ਇਹਦੇ ਵਿੱਚ ਸਰਕਾਰ ਇਨਵੋਲਵਡ ਹੈ ਤੇ ਕੰਮ ਗਲਤ ਹੋਊਗਾ। ਇਹ ਤਾਂ ਆਪਾਂ ਨੂੰ ਉਹਨਾਂ ਦੇ ਉੱਤੇ ਜਿਨ੍ਹਾਂ ਦੀ ਜੁਆਇੰਟ ਕਮੇਟੀ ਬਣਾਈ ਗਈ ਹੈ, ਇਹਨਾਂ ਦੇ ਉੱਤੇ ਆਪਾਂ ਨੂੰ ਭਰੋਸਾ ਰੱਖਣਾ ਪਊਗਾ, ਕਿਉਂਕਿ ਜਿਹੜਾ ਆਰਡਰ ਹੈ ਉਹ ਡਿਊਟੀ ਬਾਉਂਡ ਹੈ, ਉਹਨਾਂ ਨੂੰ ਕੰਮ ਤਾਂ ਆਪਣਾ ਕਰਨਾ ਪਊਗਾ। ਜਿਹੜੀ ਉਹ ਰਿਪੋਰਟ ਬਣਾਉਣਗੇ, ਕਿਉਂਕਿ ਜਿਹੜਾ ਕੇਸ ਫਾਈਲ ਹੁੰਦਾ ਹੈਗਾ ਉਹ ਝੂਠ ਦੇ ਆਧਾਰ ਤੇ ਕੇਸ ਜੇ ਫਾਈਲ ਹੁੰਦਾ ਤਾਂ ਸ਼ਾਇਦ ਆਪਣੀ ਇਹ ਪਟੀਸ਼ਨ ਮਾਨਯੋਗ ਟ੍ਰਾਈਬਿਊਨਲ ਧਿਆਨ ਨਾਲ ਸੁਣਦੇ ਵੀ ਨਾ। ਇਹ ਤਾਂ ਉੱਥੇ ਜਿਹੜੇ ਜੱਜ ਸਾਹਿਬਾਨ ਬੈਠੇ ਹੈਗੇ ਆ, ਉਹਨਾਂ ਨੂੰ ਵੀ ਸੱਚ ਝੂਠ ਦਾ ਪਤਾ ਹੈ, ਉਹ ਵੀ ਜ਼ਮੀਨੀ ਸੱਚਾਈ ਜਾਣਦੇ ਹੈਗੇ ਆ, ਉਹ ਵੀ ਪਿੰਡਾਂ ਤੋਂ ਉੱਠ ਕੇ ਹੀ ਗਏ ਆ, ਉਹਨਾਂ ਨੂੰ ਵੀ ਪਤਾ ਹੈਗਾ ਕਿ ਵੀ ਕੀ ਹਾਲਾਤ, ਗੰਦਾ ਪਾਣੀ ਸਪਲਾਈ ਕੁਝ 1-1.5 ਸਾਲ ਤੋਂ ਨਹੀਂ, ਬਹੁਤ ਚਿਰ ਤੋਂ ਹੋ ਰਿਹਾ ਹੈ। ਕਹਿੰਦਾ ਗਰਾਊਂਡ ਜ਼ੀਰੋ ਤੇ ਕੀ ਹਕੀਕਤ ਹੈ ਉਹਨਾਂ ਨੂੰ ਸਭ ਪਤਾ। ਬਿਲਕੁਲ, ਤੇ ਤਾਂ ਹੀ ਉਹਨਾਂ ਨੇ ਇੰਨਾ ਸਟ੍ਰਿਕਟ ਆਰਡਰ ਦਿੱਤਾ ਹੈਗਾ
ਤੇ ਸਾਨੂੰ ਵੇਟ ਕਰਨੀ ਚਾਹੀਦੀ ਹੈਗੀ ਹੈ ਰਿਪੋਰਟ ਦੀ। ਚਲੋ ਮੇਰਾ ਆਖਰੀ ਕੁਐਸਚਨ ਤੁਹਾਨੂੰ ਹੈ, ਠੀਕ ਹੈ ਤੁਸੀਂ ਕਿਹਾ ਵੀ ਇਨਸਾਫ ਮਿਲੇਗਾ ਤਾਂ ਲੋਕ ਵੀ ਇੰਤਜ਼ਾਰ ਕਰਨਗੇ ਇਨਸਾਫ ਦੀ। ਜੇ ਰਿਪੋਰਟ ਨੈਗੇਟਿਵ ਜਾਂਦੀ ਹੈ ਤਾਂ ਜਿਹੜੇ ਬੱਚਿਆਂ ਦੀ ਡੈਥ ਹੋ ਚੁੱਕੀ ਹੈ ਜਾਂ ਜਿਹੜੇ ਬੰਦਿਆਂ ਨੂੰ ਨੁਕਸਾਨ ਹੋ ਚੁੱਕਿਆ ਹੈ ਤੇ ਕਿਹੜੇ ਹੱਦ ਤੱਕ ਜਾ ਕੇ ਉਹਨਾਂ ਨੂੰ ਇਸ ਚੀਜ਼ ਦੀ ਸਜ਼ਾ ਮਿਲੇਗੀ ਮੈਮ? ਸਾਡੀ ਮਾਨਯੋਗ ਟ੍ਰਿਬਿਊਨਲ ਦੇ ਸਾਹਮਣੇ ਇੱਕੋ ਇੱਕ ਬੇਨਤੀ ਹੈ ਕਿ ਸਾਡੇ ਤੱਕ ਪਹਿਲਾਂ ਤਾਂ ਸਾਫ਼ ਪੀਣ ਦਾ ਪਾਣੀ ਪਹੁੰਚਾਇਆ ਜਾਵੇ ਜੀ। ਉਹ ਇਸ ਪ੍ਰੇਅਰ ਨੂੰ ਸੁਣਨ ਤੇ ਇਹਦੇ ਤੇ ਜਿਵੇਂ ਕਿ ਉਹਨਾਂ ਨੇ ਆਰਡਰ ਇੱਕ ਤਾਂ ਦੇ ਦਿੱਤਾ, ਹੁਣ ਆਉਣ ਵਾਲੀ ਸੁਣਵਾਈ ਹੈਗੀ 10 ਅਕਤੂਬਰ ਦੀ, ਉਦੋਂ ਤੱਕ ਰਿਪੋਰਟ ਵੀ ਫਾਈਲ ਹੋ ਜਾਊਗੀ, ਰਿਪੋਰਟ ਵੀ ਸਬਮਿਟ ਹੋ ਜਾਊਗੀ ਉੱਥੇ, ਤੇ ਸੈਂਪਲਸ ਵੀ ਕਲੈਕਟ ਕਰ ਲੈਣਗੇ ਇਹ ਜੁਆਇੰਟ ਕਮੇਟੀ, ਟੈਸਟ ਵੀ ਹੋ ਜਾਊਗਾ ਤੇ ਪਤਾ ਲੱਗ ਜਾਊਗਾ ਕਿ ਅਸੀਂ ਕਿੰਨਾ ਕੁ ਗੰਦਾ ਪਾਣੀ ਪੀ ਰਹੇ ਹਾਂ। ਉਸ ਤੋਂ ਬਾਅਦ ਸਾਡੀ ਇਹੀ ਉਹਨਾਂ ਅੱਗੇ ਇੱਕ ਗੁਜ਼ਾਰਿਸ਼ ਰਹੂਗੀ, ਇਹੀ ਪ੍ਰੇਅਰ ਰਹੂਗੀ ਸਾਡੀ ਮਾਨਯੋਗ ਟ੍ਰਿਬਿਊਨਲ ਦੇ ਸਾਹਮਣੇ ਕਿ ਜਿਹੜੇ ਬੱਚਿਆਂ ਦੀ ਜਾਨਾਂ ਗਈਆਂ ਜਾਂ ਫਿਰ ਜਿਹੜੇ ਜ਼ਰੂਰਤਮੰਦ ਲੋਕ ਜਿਹੜੇ ਹੈਗੇ ਆ ਉਹ ਇਸ ਤਕਲੀਫ ਤੋਂ ਬਹੁਤ ਜ਼ਿਆਦਾ ਤੰਗ ਹੈ, ਇਹ ਗੰਦੇ ਪਾਣੀ ਵਾਲੀ ਮੁੱਦੇ ਤੋਂ ਬਹੁਤ ਜ਼ਿਆਦਾ ਤੰਗ ਹੈ, ਜਿਨ੍ਹਾਂ 'ਚ ਅਸੀਂ ਆਪ ਵੀ ਹੈਗੇ ਆ, ਇਸ ਏਰੀਆ ਤੋਂ ਬਿਲੋਂਗ ਕਰ ਰਹੇ ਹਾਂ, ਤੇ ਉਹ ਜਿਨ੍ਹਾਂ ਦੀ ਜਾਨਾਂ ਗਈਆਂ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੰਪਨਸ਼ੀਏਟ ਕੀਤਾ ਜਾਵੇ, ਸਰਕਾਰ ਕੰਪਨਸ਼ੀਏਟ ਕਰੇ। ਹਾਂਜੀ, ਸਰਕਾਰ ਜਿਨ੍ਹਾਂ ਵੱਲੋਂ ਸਾਡੇ ਘਰਾਂ ਦੇ ਵਿੱਚ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ। ਜੀ, ਬਹੁਤ ਬਹੁਤ ਧੰਨਵਾਦ ਮੈਡਮ। ਸ਼ਾਇਦ ਤੁਹਾਡੀ ਇੱਕ ਪਹਿਲ ਜਿਹੜੀ ਤੁਸੀਂ ਕੋਸ਼ਿਸ਼ ਕੀਤੀ ਹੈ, ਸ਼ਾਇਦ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਪਾਣੀ ਦੇ ਸਕੇ। ਤੁਸੀਂ ਨਿਊਜ਼ 89 ਨਾਲ ਬਣੇ ਸੀ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਸੋ ਇਹ ਸੀਗੇ ਸੁਨੈਨਾ ਥੰਮਨ ਜੀ, ਐਡਵੋਕੇਟ ਹੈ, ਮਾਨਯੋਗ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਆ ਤੇ ਸਮਾਜ ਸੇਵੀ ਵੀ ਹੈਗੇ। ਇਹਨਾਂ ਵੱਲੋਂ ਲਗਾਤਾਰ ਸਮੇਂ-ਸਮੇਂ ਤੇ ਇਹੋ ਜਿਹੇ ਮੁੱਦੇ ਜਿਹੜੇ ਹੈ ਚੱਕੇ ਜਾਂਦੇ ਆ ਤੇ ਇਹਨਾਂ ਨੂੰ ਹਰੇਕ ਮੁੱਦੇ ਦੇ ਵਿੱਚ ਕਾਮਯਾਬੀ ਵੀ ਮਿਲੀ ਹੈ, ਕਿਉਂਕਿ ਅਸੀਂ ਵੀ ਇਹਨਾਂ ਦੀ ਲਗਾਤਾਰ ਜਿਹੜੀ ਹੈ ਨਿਊਜ਼ ਜਿਹੜੀ ਹੈ ਅਸੀਂ ਫਲੈਸ਼ ਕਰਦੇ ਰਹਿੰਦੇ ਆ। ਤਾਂ ਸ਼ਾਇਦ ਮੈਡਮ ਐਡਵੋਕੇਟ ਸੁਨੈਨਾ ਥੰਮਨ ਜੀ ਦੀ ਇਹ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਲੋਕਾਂ ਵਾਸਤੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਰੰਗ ਜ਼ਰੂਰ ਲਿਆਏਗੀ ਤੇ ਲੋਕਾਂ ਨੂੰ ਸਾਫ਼ ਪਾਣੀ ਜ਼ਰੂਰ ਮਿਲੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਕੈਮਰਾਮੈਨ ਮੋਹਿਤ ਦੇ ਨਾਲ ਸੰਦੀਪ ਚੌਧਰੀ, ਨਿਊਜ਼ 89 ਪੰਜਾਬ।